म्यूनसिपल काउंसिल दीआं चोणां दा जिहड़ा ऐलान है हो चुकिया है। पर सब तो इंपॉर्टेंट है भी जिहड़े साडे नुमाइंदे ने वो लोक हितां दे पूरे पैरोकार होण ते सही तरीके दे नाल जिहड़ी नुमाइंदगी है वो लोकां दी करन ते उत्थे अपनी आवाज़ दर्ज कराउण, लोक हक्कां दी गल समझण, हौमे तो उठ के चमचागिरी तो उठ के उन्हां 'च वो काबलियतां दा होना अत्यंत जरूरी है। भावें वो विचारां दे फर्क ने, चाहे पार्टियां नूं लेके फर्क ने, चाहे कुछ शख्सियतां दे मगर लग के फर्क ने, वो सानूं तोड़ के रखदे। मैं देखदा भी शहर पार्टियां दे विच उन्हां दे नुमाइंदियां दे विच इस तरह दे नाल वंडे होए ने जिवें कोई उन्हां दी आपसी जंग चल रही होवे। इस म्यूनसिपल कॉरपोरेशन दी इलैक्शन इलाके वास्ते की सही है उसकी चर्चा जरूरी, क्यों सही है, कौन किरदार किस तरह का इंसान थानू सही तरीके दे नाल थोड़ी नुमाइंदगी कर सकता है कि थोड़े लोक हितां दे फैसले थोड़े हक्कां च करा सकता है। अपनी सोई दुनिया को जगा लूं तो चलूं, अपने गम खाने में एक धूम मचा लूं तो चलूं। अजीम शहर राजपुरा दे नागरिकों, 14 फरवरी 2021 ਨੂੰ म्यूनसिपल काउंसिल ਦੀਆਂ ਚੋਣਾਂ ਦਾ ਜਿਹੜਾ ਐਲਾਨ ਹੈ ਹੋ ਚੁੱਕਿਆ ਹੈ। ਇੱਕ ਵਾਰ ਫਿਰ ਤੁਹਾਡੇ ਦਰਵਾਜ਼ੇ ਤੇ ਲੋਕਤੰਤਰ ਦੀ ਦੇਵੀ ਨੇ ਆਣ ਦਸਤਕ ਕੀਤੀ ਹੈ ਤੇ ਸਾਡਾ ਮੁੱਢਲਾ ਫਰਜ਼ ਬਣਦਾ ਵੀ ਜਿਹੜੀ ਇਹ ਸੈਲਫ ਗਵਰਨੈਂਸ ਦੀ ਪਹਿਲੀ ਪੌੜੀ ਹੈ ਇਸ ਵਿੱਚ ਅਸੀਂ ਆਪਣੀ ਹਾਜ਼ਰੀ ਬਹੁਤ ਹੀ ਵਿਚਾਰਕ ਸੋਚ ਸਮਝ ਤੇ ਪੂਰੀ ਜ਼ਿੰਮੇਵਾਰਾਨਾ ਤਰੀਕੇ ਦੇ ਨਾਲ ਕਰੀਏ। ਆਉਣ ਵਾਲੀਆਂ ਚੋਣਾਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਰੂਰੀ ਹੈ ਵੀ ਅਸੀਂ ਇਸ ਚੀਜ਼ ਦਾ ਫੈਸਲਾ ਇਕਮੁੱਠਤਾ ਦੇ ਨਾਲ ਕਰੀਏ ਵੀ ਸਾਨੂੰ ਕਿਹੋ ਜਿਹਾ ਭਵਿੱਖ ਚਾਹੀਦਾ ਹੈ, ਕਿਹੋ ਜਿਹੀਆਂ ਸਹੂਲਤਾਂ ਚਾਹੀਦੀਆਂ ਨੇ, ਕਿਹੋ ਜਿਹਾ ਪ੍ਰਸ਼ਾਸਨ ਚਾਹੀਦਾ ਹੈ। ਹਰ ਪ੍ਰਸ਼ਾਸਨ ਦੇ ਦੌਰਾਨ ਬਹੁਤ ਖਾਮੀਆਂ ਰਹਿ ਜਾਂਦੀਆਂ ਨੇ, ਕੁਝ ਰਵਾਇਤੀ ਤੌਰ ਤਰੀਕੇ ਪਿੱਛੋਂ ਤੁਰੇ ਆਉਂਦੇ ਨੇ, ਉਹਨਾਂ ਨੂੰ ਠੱਲ ਪਾਉਣ ਵਾਸਤੇ ਇੱਕ ਨਵੀਂ ਵਿਚਾਰ ਸ਼ਕਤੀ ਤੇ ਇੱਕ ਨਵੀਂ ਊਰਜਾ ਤੇ ਇੱਕ ਨਵੇਂ ਬਦਲਾਵ ਦੀ ਲੋੜ ਹੈ ਤੇ ਸ਼ਾਇਦ ਉਨੀ ਹੀ ਲੋੜ ਨੌਜਵਾਨੀ ਦੇ ਜੋਸ਼ ਦੀ ਵੀ ਹੈ ਤੇ ਮੈਨੂੰ ਉਮੀਦ ਹੈ ਵੀ ਤੁਸੀਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਪੂਰੀ ਰੁਚੀ ਲਵੋਗੇ, ਆਪਣੀ ਵਿਚਾਰ ਸ਼ਕਤੀ ਦਾ ਇਸਤੇਮਾਲ ਕਰੋਗੇ ਤੇ ਬਹੁਤ ਜ਼ਿੰਮੇਵਾਰਾਨਾ ਤਰੀਕੇ ਦੇ ਨਾਲ ਆਪਣੇ ਮਤ ਦਾ ਦਾਨ ਕਰੋਗੇ। ਸਹੀ ਲੋਕਤੰਤਰ ਉਦੋਂ ਮੰਨਿਆ ਜਾਵੇਗਾ ਜਦੋਂ ਨੀਤੀਆਂ ਪੱਖੀ ਸਮਝ ਰੱਖਣ ਵਾਲੇ ਪੜ੍ਹੇ ਲਿਖੇ ਲੋਕ ਰਾਜਨੀਤੀ 'ਚ ਆਉਣਗੇ, ਨਾ ਕਿ ਲੀਡਰਾਂ ਦੇ ਚਹੇਤੇ ਤੇ ਚਮਚਿਆਂ ਦੀ ਫੌਜ ਲੋਕਾਂ ਤੇ ਥੋਪੀ ਜਾਏਗੀ। ਲੋਕਤੰਤਰ ਵਿੱਚ ਲੋਕ ਹਿੱਤ ਉੱਤਮ ਹੈ ਤੇ ਆਮ ਇਨਸਾਨ ਨੂੰ ਆਪਣੇ ਲੋਕ ਹਿੱਤਾਂ ਦੀ ਸਮਝ ਵੀ ਉਨੀ ਹੀ ਹੋਣੀ ਜ਼ਰੂਰੀ ਹੈ। ਹਰ ਚੋਣ ਤੋਂ ਪਹਿਲਾਂ ਇੱਕ ਮੈਨੀਫੈਸਟੋ ਹਰ ਇੱਕ ਪਾਰਟੀ ਰਿਲੀਜ਼ ਕਰਦੀ ਹੈ ਤੇ ਉਹ ਪੇਸ਼ ਕਰਦੀ ਹੈ ਵੀ ਇਸ ਉਲੀਕੇ ਹੋਏ ਪ੍ਰੋਗਰਾਮ ਦੇ ਜ਼ਰੀਏ ਉਹ ਲੋਕ ਹਿੱਤਾਂ ਤੇ ਲੋਕ ਭਲੇ ਦੇ ਜਿਹੜੇ ਕੰਮ ਹੈ ਉਹ ਕਰਨਗੀਆਂ। ਮੈਂ ਰਾਜਪੁਰਾ ਦਾ ਨਾਗਰਿਕ ਹੋਣ ਦੇ ਨਾਤੇ ਆਪਣੇ ਵੱਲੋਂ ਇਸ ਮੈਨੀਫੈਸਟੋ ਦੀ ਇੱਕ ਸ਼ੁਰੂਆਤ ਕਰਨਾ ਚਾਹੁੰਦਾ ਹੈ ਤੇ ਚਾਹਾਂਗਾ ਵੀ ਹਰ ਨਾਗਰਿਕ ਆਪਣੀ ਸਮਝ ਦੇ ਅਨੁਸਾਰ ਤੇ ਆਪਣੇ ਵਾਰਡ ਦੀ, ਆਪਣੇ ਸ਼ਹਿਰ ਦੀ ਲੋੜ ਮੁਤਾਬਕ ਸਾਡੇ ਇੱਕ ਮੈਨੀਫੈਸਟੋ ਪੇਜ ਅਸੀਂ ਅੱਜ ਰਿਲੀਜ਼ ਕਰਾਂਗੇ। ਉਹਦੇ ਅੰਦਰ ਆਪਣੇ ਵਾਰਡ ਮੁਤਾਬਕ ਆਪਣਾ ਨਾਮ, ਨੰਬਰ ਤੇ ਵਾਰਡ ਦਾ ਨੰਬਰ ਲਿਖ ਕੇ ਆਪਣੀਆਂ ਲੋੜਾਂ ਮੁਤਾਬਕ ਉੱਥੇ ਕੋਈ ਨਾ ਕੋਈ ਕਮੈਂਟ ਜਾਂ ਕੋਈ ਨਾ ਕੋਈ ਜਿਹੜੀ ਚੀਜ਼ ਤੁਸੀਂ ਚਾਹੁੰਦੇ ਹੋ ਤੁਹਾਡੇ ਇਲਾਕੇ ਦੀ ਬਿਹਤਰੀ ਵਾਸਤੇ ਹੋਵੇ ਉਹ ਜ਼ਰੂਰ ਉੱਥੇ ਦਰਜ ਕਰਾਓ ਤਾਂ ਕਿ ਕੋਈ ਵੀ ਪਾਰਟੀ ਹੋਵੇ ਉਹਦੇ ਮੈਨੀਫੈਸਟੋ ਦੇ ਵਿੱਚ ਉਹਦਾ ਜਿਹੜਾ ਅਸਰ ਤੁਹਾਡੀ ਸੋਚ ਦਾ, ਤੁਹਾਡੇ ਵਿਚਾਰਾਂ ਦਾ ਜ਼ਰੂਰ ਨਜ਼ਰ ਆਵੇ। ਪ੍ਰਦੂਸ਼ਣ ਅਤੇ ਕੂੜਾ ਰਹਿਤ ਵਾਰਡ ਤੇ ਸ਼ਹਿਰ, ਗਲੀ ਕੁਚੇ ਹਰ ਇੱਕ ਜਿੱਥੇ ਖਾਲੀ ਪਲਾਟ ਪਿਆ ਉੱਥੇ ਗੰਦਗੀ ਦੇ ਢੇਰ ਨਜ਼ਰ ਆਉਂਦੇ ਆ ਤਾਂ ਮੈਨੂੰ ਲੱਗਦਾ ਹੈ ਸਾਡੀ ਜੀਵਨ ਸ਼ੈਲੀ ਤਾਂ ਹੀ ਬਿਹਤਰ ਹੋ ਸਕਦੀ ਹੈ ਅਗਰ ਸਾਨੂੰ ਇਹ ਗੰਦਗੀ ਨਜ਼ਰ ਨਾ ਆਵੇ ਤੇ ਇਸ ਦਾ ਹੋਣਾ ਸਾਡੀ ਸਿਹਤ ਤੇ ਵੀ ਇੱਕ ਮਾੜਾ ਪ੍ਰਭਾਵ ਪਾਉਂਦਾ ਹੈ। ਕੂੜੇ ਦੇ ਨਿਪਟਾਰੇ ਲਈ ਪ੍ਰਬੰਧਨ ਪ੍ਰਣਾਲੀ, ਇੱਕ ਗਾਰਬੇਜ ਮੈਨੇਜਮੈਂਟ ਦੀ ਜਿਹੜੀ ਪਾਲਿਸੀ ਹੈ ਉਹ ਮਿਊਨਿਸਪਲ ਕਾਉਂਸਲ ਨੂੰ ਰਿਲੀਜ਼ ਕਰਨੀ ਚਾਹੀਦੀ ਹੈ ਟੂ ਦ ਲਾਸਟ ਲੈਵਲ ਆਫ ਰੀਸਾਈਕਲਿੰਗ ਆਫ ਦ ਗਾਰਬੇਜ। ਇੱਕ ਤਾਂ ਗਾਰਬੇਜ ਕਲੈਕਸ਼ਨ ਦਾ ਜਿਹੜਾ ਮਾਡਲ ਹੈ ਉਹ ਹਰ ਮਾਡਰਨ ਸ਼ਹਿਰ ਹੈ ਉਹਦੀ ਇਹ ਲੋੜ ਵੀ ਹੈ ਤੇ ਇਸ ਤੇ ਬਹੁਤ ਤਰਜੀਹ ਤੇ ਬਹੁਤ ਧਿਆਨ ਦੇਣ ਦੀ ਲੋੜ ਹੈ। ਕੂੜੇ ਤੋਂ ਖਾਦ ਬਣਾਉਣ ਲਈ ਤਕਨੀਕ, ਘਰਾਂ ਚੋਂ ਨਿਕਲਿਆ ਜਿਹੜਾ
ਵੇਸਟ ਹੁੰਦਾ ਹੈ ਉਸ ਤੋਂ ਕੰਪੋਸਟ ਖਾਦ ਬਣਾਈ ਜਾ ਸਕਦੀ ਹੈ ਤੇ ਉਸ ਖਾਦ ਨੂੰ ਵੇਚਿਆ ਵੀ ਜਾ ਸਕਦਾ ਹੈ, ਜਿਹਦੇ ਨਾਲ ਥੋੜ੍ਹਾ ਬਹੁਤ ਰੈਵਨਿਊ ਵੀ ਆ ਸਕਦਾ ਹੈ। ਤੇ ਮੈਨੂੰ ਲੱਗਦਾ ਇਸ ਵੱਲ ਧਿਆਨ ਦੇਣ ਦੀ ਬਹੁਤ ਜ਼ਰੂਰਤ ਵੀ ਹੈ ਤੇ ਕਾਫੀ ਤਰ੍ਹਾਂ ਦੇ ਜਿਹੜੇ ਵੇਸਟ ਪ੍ਰੋਡਕਟ ਨੂੰ ਰੀਸਾਈਕਲ ਕਰਨ 'ਚ ਵੀ ਸਾਡੇ ਕੰਮ ਆਊਗੀ। ਸਾਫ਼ ਹਵਾ ਤੇ ਗ੍ਰੀਨ ਸਿਟੀ, ਛੋਟੇ ਛੋਟੇ ਸ਼ਹਿਰਾਂ 'ਚ ਵੀ ਅਗਰ ਦੇਖਿਆ ਜਾਵੇ ਇੰਨੇ ਪ੍ਰਦੂਸ਼ਣ ਦੀ ਸਮੱਸਿਆ ਹੈ। ਇੱਕ ਹੋਰ ਸਮੱਸਿਆ ਵੀ ਜਿਹੜਾ ਮਿੱਟੀ ਹੈ, ਰੇਤਾ ਹੈ, ਉਹ ਘਰਾਂ ਦੇ ਅੰਦਰ ਹਵਾ ਦੇ ਜ਼ਰੀਏ ਪਹੁੰਚ ਜਾਂਦਾ ਹੈ। ਅਸੀਂ ਸਾਫ਼ ਕਰਕੇ ਫਿਰ ਆਪਣੇ ਗੇਟ ਤੇ ਲਿਆ ਕੇ ਇਹਨੂੰ ਰੋਜ਼ ਇਕੱਠਾ ਕਰਕੇ ਕੰਮ ਕਰਨ ਵਾਲੇ ਆ ਜਿਹੜੇ ਲੋਕ ਖੁਦ ਘਰ ਸਾਫ਼ ਕਰਦੇ ਨੇ ਉੱਥੇ ਫਿਰ ਇੱਕ ਕਿਨਾਰੇ ਤੇ ਰੱਖਦੇ ਨੇ, ਫਿਰ ਮੁੜ ਉਹ ਘਰਾਂ ਦੇ ਅੰਦਰ ਆ ਜਾਂਦਾ ਹੈ। ਤੇ ਇਸ ਕਰਕੇ ਮੈਨੂੰ ਲੱਗਦਾ ਹੈ ਵੀ ਗ੍ਰੀਨ ਬੈਲਟ ਦਾ ਹੋਣਾ, ਕਾਰਨਰਸ ਤੇ ਸੜਕਾਂ ਤੇ ਘਾਹ ਦਾ ਉਗਾਉਣਾ ਤੇ ਜਿੱਥੇ ਕੋਈ ਕੱਚਾ ਰਾਹ ਹੈ ਉਹਨੂੰ ਪੱਕਾ ਕਰਨਾ, ਇਹ ਸਭ ਬਹੁਤ ਅਤਿਅੰਤ ਜ਼ਰੂਰੀ ਹੈ। ਇਹਦੇ ਪ੍ਰਤੀ ਇੱਕ ਮੁਕੰਮਲ ਜਿਹੜੀ ਪਾਲਿਸੀ ਹੋਣਾ ਬਹੁਤ ਜ਼ਰੂਰੀ ਹੈ। ਟ੍ਰੈਫਿਕ ਮੈਨੇਜਮੈਂਟ, ਸ਼ਹਿਰ ਦੀਆਂ ਜਿੰਨੀਆਂ ਮੁੱਖ ਸੜਕਾਂ ਨੇ ਉਹ ਅੱਧੀ ਸੜਕ ਤਾਂ ਕਾਰਾਂ ਦੀ ਪਾਰਕਿੰਗ, ਸਕੂਟਰ ਮੋਟਰਸਾਈਕਲਾਂ ਦੀ ਬੇਤਰਤੀਬ ਪਾਰਕਿੰਗ ਦੇ ਨਾਲ ਘਿਰੀ ਹੁੰਦੀ ਹੈ। ਉਹਦੇ 'ਚ ਜਿਹੜਾ ਟ੍ਰੈਫਿਕ ਫਲੋ ਹੈ ਸ਼ਹਿਰ 'ਚੋਂ, ਜਿਹੜਾ ਇੱਕ ਨਰਵ ਸੈਂਟਰ ਹੈ ਲਾ ਲਓ, ਉਹ ਦੇਖਿਆ ਜਾਵੇ ਤਾਂ ਉਹ ਸਾਰੀ ਜਿਹੜੀ ਇਹ ਪਟਿਆਲਾ ਰੋਡ ਹੈ ਉਹ ਟ੍ਰੈਫਿਕ ਦੇ ਨਾਲ ਅੱਧੀ ਪਾਰਕਿੰਗ ਦੇ ਨਾਲ ਘਿਰੀ ਹੋਈ ਹੈ, ਬੇਤਰਤੀਬ ਪਾਰਕਿੰਗ ਦੇ। ਅਗਰ ਜਦ ਤੱਕ ਅਸੀਂ ਇਹਨੂੰ ਮੈਨੇਜ ਨਹੀਂ ਕਰਾਂਗੇ ਤਾਂ ਟ੍ਰੈਫਿਕ ਮੈਨੇਜ ਨਹੀਂ ਹੁੰਦੀ। ਐਡੇ ਛੋਟੇ ਦੇ ਸ਼ਹਿਰ 'ਚ ਵੀ ਅਸੀਂ ਜਾਮ ਲੱਗੇ ਦੇਖੇ ਜਾਂਦੇ ਨੇ, ਕਈ ਵਾਰ ਤਾਂ ਪੂਰਾ ਗੇੜਾ ਕੱਟ ਕੇ ਸ਼ਹਿਰ 'ਚ ਵੜਨਾ ਪੈਂਦਾ ਹੈ ਬਾਈਪਾਸ ਦੇ ਜ਼ਰੀਏ। ਤੇ ਮੈਨੂੰ ਲੱਗਦਾ ਇਸ ਪ੍ਰਤੀ ਵੀ ਬਹੁਤ ਸਜਗ ਤੇ ਸੁਚੇਤ ਹੋ ਕੇ ਕੋਈ ਨਾ ਕੋਈ ਪਾਲਿਸੀ ਲਿਖਣੀ ਚਾਹੀਦੀ ਹੈ। ਵਾਰਡਾਂ ਦੇ ਹਰ ਬੱਚੇ ਤੇ ਨੌਜਵਾਨ ਲਈ ਚੰਗੇ ਸੁਰੱਖਿਅਤ ਤੇ ਸਹੂਲਤਾਂ ਨਾਲ ਲੈਸ ਖੇਡ ਦੇ ਮੈਦਾਨ। ਆਮ ਬੱਚੇ ਵਾਸਤੇ ਕੋਈ ਖੇਡ ਦੇ ਮੈਦਾਨ ਹੀ ਨਹੀਂ, ਉਹਦੀ ਸਰੀਰਕ ਬਣਤਰ ਨੂੰ ਅੱਛਾ ਹੋਣ ਵਾਸਤੇ ਉਹਨੂੰ ਖੁੱਲ੍ਹੇ ਮੈਦਾਨਾਂ ਦੀ ਲੋੜ ਹੈ, ਗਰਾਊਂਡਾਂ ਦੀ ਲੋੜ ਹੈ। ਹਰੇਕ ਮਾਡਰਨ ਸੁਸਾਇਟੀ ਨੂੰ ਇੱਕ ਜਿੱਥੇ ਤੱਕ ਇੱਕ ਮਾਨਸਿਕ, ਅਧਿਆਤਮਿਕ ਤੇ ਇੱਕ ਸਿੱਖਿਅਕ ਅੱਛੀ ਪ੍ਰਣਾਲੀ ਦੀ ਲੋੜ ਹੈ, ਉਨੀ ਇੱਕ ਫਿਜ਼ੀਕਲ ਗਰੋਥ ਵਾਸਤੇ ਇੱਕ ਫਿਜ਼ੀਕਲ ਐਕਟੀਵਿਟੀਜ਼ ਦੀ ਵੀ ਉਨੀ ਹੀ ਲੋੜ ਹੈ। ਪਾਰਕ ਮੁਹੱਈਆ ਨੇ ਪਰ ਉੱਥੇ ਬੱਚੇ ਖੇਡ ਨਹੀਂ ਸਕਦੇ, ਉਹਨਾਂ ਨੂੰ ਫੁੱਟਬਾਲ ਦੇ ਗਰਾਊਂਡ ਚਾਹੀਦੇ ਨੇ, ਉਹਨਾਂ ਨੂੰ ਬੈਡਮਿੰਟਨ ਦੇ ਸਹੂਲਤਾਂ ਚਾਹੀਦੀਆਂ ਨੇ, ਉਹਨਾਂ ਨੂੰ ਉੱਥੇ ਕਬੱਡੀ ਘੌਲ ਕਰਨ ਵਾਸਤੇ ਕੁਸ਼ਤੀਆਂ ਦੀਆਂ ਫੈਸਿਲਿਟੀਜ਼ ਚਾਹੀਦੀਆਂ ਨੇ। ਤੇ ਜੇ ਕੋਈ ਸਟੇਡੀਅਮ ਨੇ ਉਹ ਦੂਰ ਦਰਾਡੇ ਨੇ, ਉਹਨਾਂ ਦੇ ਘਰਾਂ ਦੇ ਨਜ਼ਦੀਕ ਹਰੇਕ ਬੱਚੇ ਨੂੰ, ਵੱਧਦੇ ਫੁੱਲਦੇ ਬੱਚੇ ਨੂੰ, ਖਾਸ ਕਰ ਕੁੜੀਆਂ ਨੂੰ ਇੱਕ ਇਹੋ ਜਿਹੀਆਂ ਸੁਰੱਖਿਅਤ ਥਾਵਾਂ ਮਿਲਣੀਆਂ ਚਾਹੀਦੀਆਂ ਨੇ ਜਿਹੜੀਆਂ ਵੈਲ ਲਿਟ ਹੋਣ, ਦੇਰ ਰਾਤ ਤੱਕ ਵੀ ਉਹ ਲੋਕ ਖੇਲ ਸਕਣ। ਉਹ ਤਾਂ ਹੀ ਸੰਭਵ ਹੋਊਗਾ ਜੇ ਅਸੀਂ ਇੱਕ ਸੁਰੱਖਿਅਤ ਮਾਹੌਲ ਦੇ ਸਕਾਂਗੇ, ਉਹੋ ਜਿਹੀ ਫੈਸਿਲਿਟੀਜ਼ ਦੇ ਸਕਾਂਗੇ। ਦੁਨੀਆ ਭਰ ਵਿੱਚ ਆਮ ਕਰਕੇ ਮੈਂ ਬਹੁਤ ਮੁਲਕਾਂ 'ਚ ਘੁੰਮਿਆ, ਦੇਖਿਆ ਕਈ ਵਾਰ ਤਾਂ ਇੱਕ ਆਮ ਜਿਹੇ ਮੁਲਕਾਂ 'ਚ ਵੀ ਸਵਿਮਿੰਗ ਦੀ ਫੈਸਿਲਿਟੀਜ਼ ਅਵੇਲੇਬਲ ਹੁੰਦੀਆਂ ਨੇ। ਸਾਡੇ ਸ਼ਹਿਰ ਸ਼ਾਇਦ ਹੀ ਕੋਈ ਬੱਚਾ ਹੋਵੇ ਜਿਹਨੂੰ ਸਵਿਮਿੰਗ ਆਉਂਦੀ ਹੋਵੇ, ਜਿਹਨੂੰ ਤੈਰਨਾ ਆਉਂਦਾ ਹੋਵੇ। ਜਿਹੜੇ ਅੱਗੇ ਪਿੰਡਾਂ 'ਚ ਲੋਕ ਨਹਿਰਾਂ 'ਚ ਛਾਲਾਂ ਮਾਰ ਕੇ ਤੈਰਨਾ ਸਿੱਖਦੇ ਸੀ, ਸੂਇਆਂ ਟੋਭਿਆਂ 'ਚ, ਉਹ ਮਾਹੌਲ ਨਹੀਂ ਰਹੇ। ਤੇ ਇਸ ਕਰਕੇ ਬਹੁਤ ਜ਼ਿਆਦਾ ਜ਼ਰੂਰੀ ਹੈ ਵੀ ਅਸੀਂ ਖੇਡ ਦੇ ਮੈਦਾਨ ਤੇ ਹਰ ਤਰ੍ਹਾਂ ਦੀ ਜਿਹੜੀ ਹੋਰ ਕੋਈ ਫਿਊਚਰਿਸਟਿਕ ਇਹੋ ਜਿਹੀ ਅਪਰੋਚ ਹੈ ਉਹਦਾ ਮਾਡਲ ਪੇਸ਼ ਕਰੀਏ, ਉਹ ਅਤਿਅੰਤ ਜ਼ਰੂਰੀ ਹੈ। ਸਾਰੇ ਨਾਗਰਿਕਾਂ ਲਈ ਪਹੁੰਚਯੋਗ, ਸਾਰਵਜਨਿਕ ਚੰਗੀ ਤਰ੍ਹਾਂ ਲੈਸ ਹਾਈਟੈਕ ਲਾਇਬ੍ਰੇਰੀਜ਼। ਹੁਣ ਲਾਇਬ੍ਰੇਰੀਜ਼ ਦਾ ਜ਼ਮਾਨਾ ਆ ਚੁੱਕਿਆ ਹੈ। ਇੱਕ ਮੈਂਟਲ ਇੰਗੇਜਮੈਂਟ ਵਾਸਤੇ, ਇੱਕ ਸੋਸ਼ਲ ਇੰਗੇਜਮੈਂਟ ਵਾਸਤੇ ਲਾਇਬ੍ਰੇਰੀਜ਼ ਇੱਕ ਬਹੁਤ ਵੱਡਾ ਜਿਹੜਾ ਅਸਰਦਾਰ ਰੋਲ ਪਲੇ ਕਰਦੀਆਂ ਨੇ। ਸਾਡੇ ਵੀ ਰਾਜਪੁਰ ਇੱਕ ਲਾਇਬ੍ਰੇਰੀ ਹੈ, ਮੈਨੂੰ ਨਹੀਂ ਲੱਗਦਾ ਉਹ ਕੋਈ ਉਸ ਦਾ ਇਸਤੇਮਾਲ ਕਰਦਾ। ਮੈਨੂੰ ਲੱਗਦਾ ਨਾ ਲਾਇਬ੍ਰੇਰੀਜ਼ ਨੂੰ ਟਰਾਂਸਫਾਰਮ ਕਰਕੇ ਇੱਕ ਬਿਹਤਰ ਮਾਡਲ ਦੇ ਜ਼ਰੀਏ ਉੱਥੇ ਕੁਆਇਟ ਸਟੱਡੀ ਏਰੀਆਜ਼, ਸੀਨੀਅਰ ਸਿਟੀਜ਼ਨਸ ਵਾਸਤੇ ਕੁਝ ਕੁਆਇਟ ਸਪੇਸਸ, ਕਿਤਾਬਾਂ ਇੱਕ ਰਵਾਇਤੀ ਤਰੀਕੇ ਦੇ ਨਾਲ, ਉਹ ਮਾਡਲ ਈ ਬੁੱਕ, ਈ ਲਾਇਬ੍ਰੇਰੀਜ਼, ਪੜ੍ਹਨ ਵਾਸਤੇ ਸ਼ਾਇਦ ਟੈਬਲੇਟਸ ਜਿਹਦੇ ਜ਼ਰੀਏ ਈ ਬੁੱਕਸ ਦਾ ਆਦਾਨ ਪ੍ਰਦਾਨ ਹੋ ਸਕੇ, ਤਾਂ ਕਿ ਇੱਕ ਸੋਸ਼ਲ ਇੰਗੇਜਮੈਂਟ ਤੇ ਲੋਕਾਂ ਨੂੰ ਤੇ ਬੱਚਿਆਂ ਨੂੰ ਇਹ ਸੇਧ ਦਿੱਤੀ ਜਾ ਸਕੇ ਵੀ ਗਿਆਨ, ਨੌਲੇਜ ਤੇ ਉਹ ਨੌਲੇਜ ਦੇ ਉੱਪਰ ਕੋਈ ਨਾ ਕੋਈ ਚਰਚਾ, ਸੰਵਾਦ ਹੋਣਾ ਕਿੰਨਾ ਜ਼ਰੂਰੀ ਹੈ। ਤੇ ਇਹੋ ਜਿਹੇ ਕਮਿਊਨਿਟੀ ਸੈਂਟਰਸ ਬਿਲਡ ਕਰਨਾ ਧਰਮਸ਼ਾਲਾ ਤੋਂ ਹਟ ਕੇ, ਕਿਉਂਕਿ ਉਹ ਇੱਕ 15, 50, 100 ਸਾਲ ਪੁਰਾਣਾ ਮਾਡਲ ਹੈ, ਉਹਨਾਂ ਤੋਂ ਹਟ ਕੇ ਇੱਕ ਨਵੀਂ ਕਮਿਊਨਿਟੀ ਇੰਗੇਜਮੈਂਟਸ ਵਾਸਤੇ ਜਗ੍ਹਾ ਦਾ ਜਿਹੜਾ ਹੈ ਸਾਨੂੰ ਉਹ ਮੁਹੱਈਆ ਕਰਾਉਣੀਆਂ ਚਾਹੀਦੀਆਂ। ਉਨੀਆਂ ਹੀ ਕਲਚਰਲੀ ਦੇ ਆਰ ਵੈਰੀ ਇੰਪੋਰਟੈਂਟ। ਜਿਹੜਾ ਸਮਾਜ ਸੋਚੇਗਾ ਨਹੀਂ, ਪੜ੍ਹੇਗਾ, ਲਿਖੇਗਾ ਨਹੀਂ, ਉਹ ਕਿਸ ਤਰ੍ਹਾਂ ਆਪਣੇ ਵਾਸਤੇ ਚੰਗੇ ਫੈਸਲੇ ਲਏਗਾ। ਤੇ ਮੈਨੂੰ ਲੱਗਦਾ ਵੀ ਇੱਕ ਹਾਈਟੈਕ ਲਾਇਬ੍ਰੇਰੀਜ਼ ਦਾ ਮਾਡਲ ਬਹੁਤ ਇੰਪੋਰਟੈਂਟ ਤੇ ਬਹੁਤ ਜ਼ਰੂਰੀ ਹੈ। ਮੀਂਹ ਦੇ ਦੌਰਾਨ ਗਲੀਆਂ ਵੀ 0% ਪਾਣੀ ਠਹਿਰੇ ਤੇ ਉਸ ਲਈ ਨਿਕਾਸੀ ਦਾ ਪ੍ਰਬੰਧ ਹੋਵੇ। ਇਹ ਅਸੀਂ ਅਕਸਰ ਦੇਖਦੇ ਹਾਂ ਹਰੇਕ ਬਾਰਿਸ਼ ਦੇ ਮੌਸਮ 'ਚ, ਉਹ ਵੀ ਜਦੋਂ ਬਾਰਿਸ਼ ਪੈ ਜਾਏ ਅੱਧਾ ਪੌਣਾ ਘੰਟਾ ਤਾਂ ਸੜਕਾਂ 'ਤੇ ਤਕਰੀਬਨ ਤਲਾਬ ਵਰਗਾ ਮਾਹੌਲ ਬਣ ਜਾਂਦਾ ਹੈ। ਕਈ ਨੀਵੇਂ ਇਲਾਕਿਆਂ ਵਿੱਚ ਲੋਕਾਂ ਦੇ ਗੋਡੇ-ਗੋਡੇ ਪਾਣੀ ਖੜਾ ਹੁੰਦਾ ਹੈ। ਤਾਂ ਇਸ ਕਰਕੇ ਮੈਨੂੰ ਲੱਗਦਾ ਇਹ ਸਾਨੂੰ ਬਹੁਤ ਇਨਕਨਵੀਨੀਅੰਸ ਕਰਦਾ ਹੈ, ਬਿਮਾਰੀਆਂ ਦਾ ਇੱਕ ਬਹੁਤ ਵੱਡਾ ਕਾਰਨ ਬਣਦਾ ਹੈ ਤੇ ਉਹਦੀ ਨਿਕਾਸੀ ਦਾ ਇੱਕ ਬਹੁਤ ਦੂਰਦ੍ਰਿਸ਼ਟੀ ਦੇ ਨਾਲ
ਇਸ ਦਾ ਵੀ ਮੁਕੰਮਲ ਪ੍ਰਬੰਧ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਕੁਸ਼ਲ ਸੀਵਰੇਜ ਪ੍ਰਬੰਧਨ ਪ੍ਰਣਾਲੀ ਇਹ ਬੇਸਿਕ ਨੀਡ ਹੈ, ਕਿਉਂਕਿ ਹੈਲਥ ਸੈਨੀਟੇਸ਼ਨ, ਕਿਸੇ ਵੀ ਤਰ੍ਹਾਂ ਦਾ ਘਰਾਂ ਚੋਂ ਨਿਕਲਿਆ ਹੋਇਆ ਗੰਦਾ ਪਾਣੀ ਜਾਂ ਹੋਰ ਜਿਹੜੀ ਗੰਦਗੀ ਹੈ ਉਹਦਾ ਜਿਹੜਾ ਸੀਵਰੇਜ ਮੈਨੇਜਮੈਂਟ ਹੈ, ਅਕਸਰ ਦੇਖਿਆ ਜਾਂਦਾ ਵੀ ਕਈ ਵਾਰ ਇਹ ਜਾਮ ਪਏ ਹੁੰਦੇ ਨੇ, ਸੜਕਾਂ ਤੱਕ ਗੰਦਗੀ ਫੈਲੀ ਹੁੰਦੀ ਹੈ, ਤੇ ਮੈਨੂੰ ਲੱਗਦਾ ਇਹਦੀ ਐਫੀਸ਼ੀਐਂਟ ਮੈਨੇਜਮੈਂਟ ਇੱਕ ਬਹੁਤ ਜ਼ਰੂਰੀ ਹੈ। ਤੇ ਸ਼ਾਇਦ ਮੈਨੂੰ ਲੱਗਦਾ ਕਈ ਇਲਾਕੇ ਤਾਂ ਇਹੋ ਜਿਹੇ ਨੇ ਹਲੇ ਵੀ ਜਿੱਥੇ ਸੀਵਰੇਜ ਨਹੀਂ ਪਏ ਹੋਏ ਤੇ ਉਹ ਲੋਕ ਤਰਸ ਰਹੇ ਨੇ ਕਈ ਸਾਲਾਂ ਤੋਂ ਉੱਥੇ ਉਹ ਸੀਵਰੇਜ ਮੁਹੱਈਆ ਹਨ। ਕਈ ਜਗ੍ਹਾ ਪਹੁੰਚ ਵੀ ਗਈਆਂ ਹੋਣੀਆਂ ਇਹ ਚੀਜ਼ਾਂ, ਤੇ ਜਿੱਥੇ ਪਹੁੰਚ ਗਈਆਂ ਉਹ ਅੱਛੀ ਗੱਲ ਹੈ, ਲੇਕਿਨ ਜਿਹੜੇ ਵੀ ਇਲਾਕਿਆਂ 'ਚ ਇਹ ਚੀਜ਼ਾਂ ਦੀ ਹਲੇ ਵੀ ਲੋੜ ਹੈ, ਬੁਨਿਆਦੀ ਇਹ ਸਾਡੀਆਂ ਲੋੜਾਂ ਨੇ। ਕਈ ਅਗਰ ਇਲਾਕਿਆਂ 'ਚੋਂ ਨਿਕਲੋ ਉੱਥੇ ਮੁਸ਼ਕ, ਨਾਲਿਆਂ 'ਚ ਗੰਦਗੀ, 21ਵੀਂ ਸਦੀ ਦੇ ਵੀ 2021 ਸਾਲ 'ਚ ਅਗਰ ਹਲੇ ਅਸੀਂ ਬੇਸਿਕ ਇਹੋ ਜਿਹੀਆਂ ਲੋੜਾਂ ਵਾਸਤੇ ਹਲੇ ਵੀ ਤਰਸ ਰਹੇ, ਮੈਨੂੰ ਲੱਗਦਾ ਵੀ ਬਹੁਤ ਮੰਦਭਾਗੀ ਗੱਲ ਹੈ। ਚੋਰੀ, ਚੇਨ ਅਤੇ ਪਰਸ ਖੋਹਣ ਵਰਗੀਆਂ ਵਾਰਦਾਤਾਂ ਤੋਂ ਸੁਰੱਖਿਅਤ ਸ਼ਹਿਰ, ਇੱਕ ਇਹੋ ਜਿਹੀ ਨੇਬਰਹੁੱਡ ਵਾਚ ਪਾਲਿਸੀ, ਕੋਈ ਇਹੋ ਜਿਹਾ ਪ੍ਰੋਗਰਾਮ ਸਾਨੂੰ ਲਿਖਣਾ ਚਾਹੀਦਾ ਹੈ ਵੀ ਸ਼ਹਿਰ ਦੇ ਅੰਦਰ ਕੋਈ ਵੀ ਇਹੋ ਜਿਹੀ ਘਟਨਾ ਨਾ ਵਾਪਰੇ। ਔਰਤਾਂ ਘਰੋਂ ਬਾਹਰ ਜਾਣੋਂ ਪਹਿਲਾਂ ਡਰਦੀਆਂ ਨੇ, ਫਿਰ ਉਸ ਤੋਂ ਬਾਅਦ ਕੋਈ ਅਗਰ ਉਹਨਾਂ ਨੇ ਗਹਿਣਾ ਗੱਟਾ ਪਾਇਆ ਹੋਵੇ, ਇਹ ਬੜੀ ਈਵਨ ਪਰਸ ਤੱਕ ਉਹਨਾਂ ਦੇ ਖੋਹ ਲਏ ਜਾਂਦੇ ਨੇ। ਇੱਕ ਜਲੰਧਰ ਦੀ ਇੱਕ ਵਾਰਦਾਤ ਸੀ, ਉਹ ਕੁਸਮ ਕਰਕੇ ਕੁੜੀ ਸੀ ਜਿਹਨੇ ਉਹ ਮੋਟਰਸਾਈਕਲ ਚਾਲਕਾਂ ਦੇ ਨਾਲ ਐਡੀ ਦਲੇਰੀ ਦੇ ਨਾਲ ਉਹ ਲੜ ਕੇ ਉਹਨਾਂ ਨੂੰ ਸਾਂਭਿਆ ਸੀ ਤੇ ਆਪਣਾ ਮੋਬਾਈਲ ਫੋਨ ਨਹੀਂ ਜਾਣ ਦਿੱਤਾ। ਤਾਂ ਕੋਈ ਇਹੋ ਜਿਹਾ ਅਲਾਰਮ ਦਾ ਕੋਈ ਤਰੀਕਾ ਹੋਣਾ ਚਾਹੀਦਾ ਵੀ ਜੇ ਗਲੀ ਮੁਹੱਲੇ 'ਚ ਕਿਤੇ ਇਹੋ ਜਿਹੀ ਘਟਨਾ ਘਟਦੀ ਹੈ ਤਾਂ ਪੂਰਾ ਸ਼ਹਿਰ 5 ਮਿੰਟਾਂ ਦੇ ਅੰਦਰ ਸੀਲ ਕੀਤਾ ਜਾ ਸਕੇ, ਉਹਨਾਂ ਨੂੰ ਫੋਲੋ ਕੀਤਾ ਜਾ ਸਕੇ, ਤਾਂ ਕਿ ਉਹਨਾਂ ਨੂੰ ਪਤਾ ਹੋਵੇ ਵੀ ਇਹ ਰਾਜਪੁਰੇ ਸ਼ਹਿਰ 'ਚ ਇਹੋ ਜਿਹੀ ਕੋਈ ਘਟਨਾ ਨੂੰ ਜਿਹੜਾ ਅੰਜਾਮ ਦੇਣਾ ਉਹਨਾਂ ਨੂੰ ਮਹਿੰਗਾ ਪਏਗਾ। ਤੇ ਉਹ ਜਿਹੜੀ ਇੱਥੇ ਦੀ ਸ਼ਾਸਨ ਪ੍ਰਣਾਲੀ ਹੈ ਬਹੁਤ ਸੁਚੇਤ ਹੈ। ਤੇ ਇਹ ਮਸਲਾ ਇਸ ਚੀਜ਼ ਦੇ ਨਾਲ ਹੱਲ ਨਹੀਂ ਹੋਣਾ ਵੀ ਅਸੀਂ ਰਿਪੋਰਟਾਂ ਲਿਖਾ ਦਈਏ ਫਿਰ ਉਸ ਤੋਂ ਬਾਅਦ, ਕਿਉਂਕਿ ਇਹਦੀ ਕੋਈ ਤਹਿਕੀਕਾਤ ਦਾ ਕੋਈ ਤਰੀਕਾ ਨਹੀਂ ਹੁੰਦਾ। ਮੋਟਰਸਾਈਕਲ ਵਾਲਾ ਤਾਂ ਆਪਣਾ ਨਿਕਲ ਜਾਂਦਾ, ਉਹ ਵੇਚ ਵੱਟ ਕੇ ਉਹਦਾ ਜੋ ਉਹਨੇ ਕਰਨਾ ਹੁੰਦਾ ਉਹ ਕਰਕੇ ਮੌਜਾਂ ਲੈਂਦਾ ਹੈ। ਤੇ ਇਹ ਕੋਈ ਘਟਨਾ ਕੋਈ ਇੱਕਾ ਦੁੱਕਾ ਘਟਨਾ ਨਹੀਂ। ਅਗਰ ਤੁਸੀਂ ਆਪਾਂ ਇਸ ਚੀਜ਼ ਦੀ ਅਗਰ ਨਿਰੀਖਣ ਕਰੀਏ ਤਾਂ ਸ਼ਾਇਦ ਇਹ ਬਹੁਤ ਵੱਡੇ ਤਾਦਾਦ 'ਚ ਘਟਨਾਵਾਂ ਘਟ ਰਹੀਆਂ ਨੇ, ਲੇਕਿਨ ਇਸ 'ਤੇ ਕਿਸੇ ਵੀ ਕਿਸਮ ਦੀ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਕਰਕੇ ਇੱਕ ਸਮਾਜਿਕ ਤੌਰ 'ਤੇ ਨੇਬਰਹੁੱਡ ਵਾਚ ਵਰਗੀ ਕੋਈ ਪ੍ਰਣਾਲੀ ਚਲਾਉਣੀ ਪੈਣੀ ਹੈ, ਜਿੱਥੇ ਵੀ ਇਹ ਘਟਨਾ ਵਾਪਰਦੀ ਹੈ ਨਾਲ ਦੀ ਨਾਲ ਇੱਕ ਅਲਰਟ ਹੈ ਜਿਹੜਾ ਉਹ ਚਾਰੇ ਪਾਸੇ ਭੇਜਿਆ ਜਾ ਸਕੇ, ਕੋਈ ਅਲਾਰਮ ਜਾਂ ਕੋਈ ਇਸ ਤਰੀਕੇ ਦੇ ਨਾਲ ਜਿੱਥੇ ਇਹੋ ਜਿਹੇ ਲੋਕਾਂ ਨੂੰ ਕਾਬੂ ਕੀਤਾ ਜਾ ਸਕੇ ਤੇ ਉਹਨੂੰ ਸਮਝ ਆਵੇ ਵੀ ਰਾਜਪੁਰੇ ਇਹੋ ਜਿਹੀਆਂ ਘਟਨਾਵਾਂ ਨੂੰ ਜਿਹੜਾ ਅੰਜਾਮ ਦੇਣਾ ਆਪਣੇ ਗਲ ਮੁਸੀਬਤ ਨੂੰ ਪਾਉਣਾ ਹੈ। ਤੇ ਇਹਦੇ ਵਾਸਤੇ ਬਹੁਤ ਹੀ ਸੁਚੇਤ ਸਮਾਜ ਵੀ ਚਾਹੀਦਾ ਤੇ ਬਹੁਤ ਹੀ ਮੁਕੰਮਲ ਇੱਕ ਜਿਹੜੀ ਪਾਲਿਸੀ ਹੈ ਤੇ ਉਹ ਵਿਉਂਤਬੰਦੀ ਸਾਨੂੰ ਕਰਨ ਦੀ ਲੋੜ ਹੈ। ਛੇੜਛਾੜ ਤੇ ਵਾਰਾਗਰਦੀ ਮੁਕਤ ਸ਼ਹਿਰ, ਤੇ ਉਨਾ ਹੀ ਇਹ ਜ਼ਰੂਰੀ ਹੈ ਵੀ ਜਿਹੜੀਆਂ ਔਰਤਾਂ ਹੈ, ਕੁੜੀਆਂ ਸਾਡੇ ਸ਼ਹਿਰ ਵਿੱਚ ਬਹੁਤ ਸੁਰੱਖਿਅਤ ਮਹਿਸੂਸ ਕਰਨ। ਜਿਹੜੇ ਵੀ ਮੁੰਡੇ ਜਾਂ ਇਹੋ ਜਿਹੇ ਅਨਸਰ ਕੁੜੀਆਂ ਨੂੰ ਤੰਗ ਕਰਦੇ ਨੇ ਤਾਂ ਉਹਨਾਂ ਤੇ ਵੀ ਜਿਹੜੀ ਹੈ ਪੂਰੀ ਤਰ੍ਹਾਂ ਦੇ ਨਾਲ ਠੱਲ ਪਾਈ ਜਾ ਸਕੇ। ਅਵਾਰਾ ਪਸ਼ੂਆਂ ਲਈ ਖਾਸ ਪ੍ਰਬੰਧ, ਖੈਰ ਇੱਕ ਇਹੋ ਜਿਹਾ ਮਸਲਾ ਹੈ ਜਿਹੜਾ ਬਹੁਤ ਪੱਧਰ ਤੇ ਕਈ ਵਾਰੀ ਚੁੱਕਿਆ ਜਾ ਚੁੱਕਿਆ। ਹਲੇ ਲੱਗਦਾ ਨਹੀਂ ਵੀ ਸਰਕਾਰਾਂ ਕੋਲ ਇੰਨਾ ਕੋਈ ਫੰਡ ਮੁਹੱਈਆ ਹੈ ਜਾਂ ਜਿਸ ਦੇ ਜ਼ਰੀਏ ਉਹ ਇਸ ਦਾ ਕੋਈ, ਤੇ ਇਸ ਕਰਕੇ ਮੈਨੂੰ ਲੱਗਦਾ ਕੋਈ ਨਵੇਂ ਨਿਜ਼ਾਮ ਦੀ ਲੋੜ ਹੈ ਜਿਹੜਾ ਆਊਟ ਆਫ ਦ ਬਾਕਸ ਸੋਚ ਕੇ ਇਸ ਦਾ ਕੋਈ ਮੁਕੰਮਲ ਲੌਂਗ ਟਰਮ ਜਿਹੜਾ ਹੱਲ ਕਰ ਸਕੇ। ਕਿਉਂਕਿ ਅਕਸਰ ਦੇਖਿਆ ਗਿਆ ਵੀ ਜਾਨਵਰਾਂ ਦੇ ਨਾਲ ਕਈ ਐਕਸੀਡੈਂਟਸ ਹੁੰਦੇ ਨੇ, ਮੌਤਾਂ ਤੱਕ ਹੋ ਜਾਂਦੀਆਂ ਨੇ, ਸਿਰ 'ਚ ਚੋਟ ਆਉਂਦੀ ਹੈ ਤੇ ਕਿਸੇ ਵੀ ਗਲੀ ਮੁਹੱਲੇ 'ਚ ਜਾਂ ਮੇਨ ਸੜਕ ਦੇ ਵਿੱਚ ਉਹਦੇ ਬਿਲਕੁਲ ਵਿਚਕਾਰ ਜਿਹੜਾ ਪਸ਼ੂ ਹੈ ਉਹ ਬੈਠਿਆ ਮਿਲਦਾ ਹੈ। ਤੇ ਇਸ ਕਰਕੇ ਇਹ ਇੱਕ ਬਹੁਤ ਦੇਰ ਤੋਂ ਤੁਰਿਆ ਆਉਂਦਾ ਜਿਹੜਾ ਮੁੱਦਾ, ਇਹਦਾ ਵੀ ਕੋਈ ਨਾ ਕੋਈ ਜਿਹੜਾ ਮੁਕੰਮਲ ਹੱਲ ਹੈ ਉਹ ਲੱਭਣਾ ਪਏਗਾ। ਬੈਂਕਟ ਹਾਲਾਂ ਤੇ ਬਾਜ਼ਾਰਾਂ ਲਈ ਪਾਰਕਿੰਗ ਪ੍ਰਬੰਧਨ ਦੀ ਇੱਕ ਬਿਹਤਰ ਪ੍ਰਣਾਲੀ, ਜਿਵੇਂ ਮੈਂ ਪਹਿਲਾਂ ਟ੍ਰੈਫਿਕ ਮੈਨੇਜਮੈਂਟ ਦੇ ਪੁਆਇੰਟ 'ਤੇ ਚਰਚਾ ਕੀਤੀ ਸੀ, ਤਾਂ ਮੈਨੂੰ ਲੱਗਦਾ ਉਨਾ ਹੀ ਜ਼ਰੂਰੀ ਹੈ ਵੀ ਜਿਹੜੀ ਬਿਹਤਰ ਪ੍ਰਣਾਲੀ ਹੈ ਉਹ ਪਾਰਕਿੰਗ ਦੀ ਪ੍ਰਣਾਲੀ ਇੱਕ ਵਿਉਂਤਬੰਦਿਤ ਤਰੀਕੇ ਦੇ ਨਾਲ ਬਾਜ਼ਾਰਾਂ ਦੇ ਅੰਦਰ, ਤਾਂ ਕਿ ਚੰਗੀ ਤਰ੍ਹਾਂ ਆਰਾਮ ਦੇ ਨਾਲ ਲੋਕ ਬਾਜ਼ਾਰਾਂ ਵਿੱਚ ਆਪਣੀ ਜਿਹੜੀ ਖਰੀਦਾਰੀ ਆ ਉਹ ਕਰ ਸਕਣ ਤੇ ਉਹਨਾਂ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਆਵਾਜਾਈ ਦੀ ਕੋਈ ਵੀ ਮੁਸੀਬਤ ਨਾ ਆਵੇ। ਸਾਰੀ ਨਾਲੀਆਂ ਢੱਕੀਆਂ ਹੋਣ, ਇਸ ਲਈ ਖਾਸ ਪ੍ਰਬੰਧ। ਜੇ ਨਾਲੀਆਂ ਖੁੱਲ੍ਹੀਆਂ ਹੋਣਗੀਆਂ ਤਾਂ ਮੱਛਰ ਉਹਨਾਂ 'ਤੇ ਬੈਠਣਗੇ ਜਾਂ ਹੋਰ ਉੱਥੇ ਕੋਈ ਇਹੋ ਜਿਹੀ ਕੋਈ ਨਾ ਕੋਈ ਬਿਮਾਰੀ ਹੈ ਜਿਹੜੀ ਉਸ ਤੋਂ ਸ਼ੁਰੂ ਹੋ ਸਕਦੀ ਹੈ। ਅਤੇ ਮੈਨੂੰ ਲੱਗਦਾ ਲੋਕਾਂ ਦੀ ਸਿਹਤ ਵਾਸਤੇ ਅਤਿਅੰਤ ਜ਼ਰੂਰੀ ਹੈ ਵੀ ਅਸੀਂ ਜਿਹੜੀਆਂ ਨਾਲੀਆਂ ਆ ਉਹ ਅੰਡਰਗਰਾਊਂਡ ਜਿਹੜੇ ਸਿਸਟਮਸ ਪਏ ਹੋਏ ਨੇ ਉਹ ਸਭ ਜਗ੍ਹਾ ਉਹਨਾਂ ਦੀ ਪਹੁੰਚ ਹੋਵੇ। ਤਾਂ ਇਸ ਦਾ ਵੀ ਜਿਹੜਾ ਬਹੁਤ ਇਹਦੇ 'ਤੇ ਧਿਆਨ ਦੇਣ ਦੀ ਲੋੜ ਹੈ। ਡੇਂਗੂ ਤੇ ਮਲੇਰੀਆ ਵਰਗੀ ਬਿਮਾਰੀਆਂ ਦੀ ਰੋਕ ਲਈ ਇੱਕ ਬਿਹਤਰ ਪ੍ਰਣਾਲੀ। ਬੜੇ ਦੁੱਖ ਦੀ ਗੱਲ ਹੈ ਵੀ ਹਰ ਸਾਲ ਇੱਕ ਮੌਸਮ 'ਚ ਡੇਂਗੂ ਹੈ ਜਿਹੜਾ ਉਹ ਬਹੁਤ ਪੀਕ 'ਤੇ ਚਲਾ ਜਾਂਦਾ ਹੈ। ਕਈ ਮੌਤਾਂ ਵੀ ਹੁੰਦੀਆਂ ਨੇ, ਪਲੇਟਲੇਟਸ ਜਿਹੜੇ ਤੁਸੀਂ ਅਕਸਰ ਸੁਣਿਆ ਹੋਣਾ ਘਟ ਜਾਂਦੇ ਆ। ਅਤੇ ਹੋਰ ਵੀ ਜਿਹੜੀ ਆ ਦੇਖੋ ਕਰੋਨਾ ਨਾਮਕ ਇੱਕ ਵਾਇਰਸ ਫੈਲਿਆ, ਇਸ ਦੇ ਨਾਲ
ਸਾਡੇ 'ਚ ਚੇਤਨਤਾ ਤਾਂ ਜ਼ਰੂਰ ਵਧੀ ਹੈ, ਲੇਕਿਨ ਸਾਡੀ ਇੱਕ ਮੁਕੰਮਲ ਸ਼ਹਿਰ ਦੀ ਇੱਕ ਜਿਹੜੀ ਮੈਨੂੰ ਲੱਗਦਾ ਕਿ ਮੈਡੀਕਲ ਐਡਵਾਈਜ਼ਰੀ ਬੋਰਡ ਬਣਨਾ ਚਾਹੀਦਾ, ਜਿਹੜਾ ਸਾਨੂੰ ਇੱਕ ਇhtiyat ਰੱਖਣ ਵਾਸਤੇ ਇੱਕ ਸ਼ਹਿਰ ਨੂੰ ਇੱਕ ਐਡਵਾਈਸ ਦੇ ਸਕੇ। ਤੇ ਮੈਨੂੰ ਲੱਗਦਾ ਜ਼ਿਆਦਾ ਜਿਹੜਾ ਮਸਲਾ ਹੈ ਬਿਲਕੁਲ ਸਫਾਈ ਦੇ ਨਾਲ ਜੁੜਿਆ ਹੋਇਆ ਹੈ, ਤੇ ਸ਼ਾਇਦ ਉਹ ਮੱਛਰਾਂ ਦੀ ਜਿਹੜੀ ਉਹ ਇੱਕ ਦਵਾਈ ਛਿੜਕਾਈ ਜਾਂਦੀ ਹੈ ਉਹਦਾ ਹੱਲ ਨਹੀਂ। ਮੁਕੰਮਲ ਤੌਰ ਤੇ ਜਿਹੜਾ ਸ਼ਹਿਰ ਦਾ ਸਾਫ਼ ਹੋਣਾ, ਸੀਵਰੇਜ ਸਿਸਟਮ ਦਾ ਉਹਦਾ ਇੱਕ ਅੱਛੇ ਫਲੋ ਦੇ ਨਾਲ ਉਹਦਾ ਮੂਵ ਕਰਨਾ, ਉਹਦੀ ਐਫੀਸ਼ੀਐਂਸੀ, ਗਾਰਬੇਜ ਮੈਨੇਜਮੈਂਟ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਇੱਕ ਦੂਜੇ ਦੇ ਨਾਲ ਲਿੰਕਡ ਨੇ, ਤੇ ਜਦੋਂ ਇੱਕ ਚੀਜ਼ ਠੀਕ ਹੋਊਗੀ ਤਾਂ ਦੂਜੀ ਵੀ ਨਾਲ ਹੀ ਕਰਨੀ ਪਊਗੀ। ਤੇ ਇਸ ਕਰਕੇ ਇਸ 'ਤੇ ਵੀ ਸਾਨੂੰ ਪੂਰੀ ਜਿਹੜਾ ਧਿਆਨ ਦੇਣਾ ਚਾਹੀਦਾ ਹੈ। ਟੂਟੀਆਂ ਰਾਹੀਂ ਜਾਂ ਘਰ ਨੂੰ ਸਾਫ਼ ਪਾਣੀ ਮਿਲੇ ਜਾਂ ਕਮੇਟੀ ਆਪਣੇ ਖਰਚੇ 'ਤੇ ਆਰਓ ਮੁਹੱਈਆ ਕਰਾਵੇ। ਇਹ ਲੋਕਾਂ ਦਾ ਮੁੱਢਲਾ ਹੱਕ ਹੈ ਵੀ ਜਿਹੜਾ ਮਿਊਨਿਸਪੈਲਿਟੀ ਦਾ ਪਾਣੀ ਉਹਨਾਂ ਲੋਕਾਂ ਦੇ ਘਰਾਂ ਵਿੱਚ ਪਹੁੰਚਦਾ ਹੈ ਉਹ ਹਰ ਪੀਣਯੋਗ ਹੋਵੇ, ਇਹ ਪੋਰਟੇਬਲ ਵਾਟਰ। ਐਂਡ ਪਰ ਇਹ ਦੁੱਖ ਦੀ ਗੱਲ ਹੈ ਵੀ ਜਿਹੜਾ ਜੇ ਆਪਾਂ ਉਹ ਪਾਣੀ ਦੀ ਅਗਰ ਟੈਸਟਿੰਗ ਕਰਾਵਾਂਗੇ ਤਾਂ ਸਾਨੂੰ ਪਤਾ ਨਹੀਂ ਤਰ੍ਹਾਂ ਤਰ੍ਹਾਂ ਦੇ ਉਸ 'ਚ ਬੈਕਟੀਰੀਆਜ਼ ਮਿਲ ਜਾਣਗੇ, ਉੱਤੇ ਉਹ ਪਾਣੀ ਪੀਣਯੋਗ ਨਹੀਂ ਹੋਊਗਾ। ਜੇ ਪਾਣੀ ਉਹ ਮੁਹੱਈਆ ਨਹੀਂ ਕਰਾਇਆ ਜਾ ਸਕਦਾ ਫਿਰ ਸਰਕਾਰ ਨੂੰ ਜਾਂ ਮਿਊਨਿਸਪੈਲਿਟੀਜ਼ ਨੂੰ ਆਰਓ ਪ੍ਰੋਵਾਈਡ ਕਰਨੇ ਚਾਹੀਦੇ ਨੇ। ਤੁਸੀਂ ਕਿਸੇ ਦੇ ਘਰ ਚਲੇ ਤਾਂ ਗਰੀਬ ਦੇ ਘਰ ਚਲੇ ਜਾਓ ਤਾਂ ਉਹਨਾਂ ਦੇ ਘਰ 'ਚ ਗਰੀਬਾਂ ਦੇ ਆਰਓ ਲੱਗਿਆ ਹੋਊਗਾ। ਹਾਲਾਂਕਿ ਇਹ ਜ਼ਿੰਮੇਵਾਰੀ ਸਰਕਾਰ ਦੀ ਹੈ ਵੀ ਉਹਨਾਂ ਨੂੰ ਪੋਰਟੇਬਲ ਵਾਟਰ, ਜਿਹੜਾ ਡਰਿੰਕਿੰਗ ਵਾਟਰ ਹੈ, ਸਾਫ਼ ਪਾਣੀ ਉਹਨਾਂ ਦੇ ਘਰਾਂ ਵਿੱਚ ਜਿਹੜੀ ਮਿਊਨਿਸਪਲ ਟੈਪਸ ਹੈ ਉਹਨਾਂ ਦੇ ਥਰੂ ਮਿਲੇ। ਹਰੇਕ ਕਲੋਨੀ ਅਤੇ ਇਲਾਕੇ ਲਈ ਸੀਵਰੇਜ ਦੇ ਕੁਸ਼ਲ ਪ੍ਰਬੰਧਨ ਦੀ ਗਾਰੰਟੀ, ਬਹੁਤ ਸਿੰਪਲ ਜਿਹਾ ਪੁਆਇੰਟ ਹੈ। ਤੇ ਜਿੰਨਾ ਵੀ ਸੀਵਰੇਜ ਮੈਨੇਜਮੈਂਟ ਹੈ ਉਹ ਐਫੀਸ਼ੀਐਂਟ ਹੋਣਾ ਚਾਹੀਦਾ, ਤੇ ਉਸ 'ਚ ਕੋਈ ਵੀ ਅਗਰ ਇਸ਼ੂ ਆਉਂਦਾ ਤਾਂ ਜਿਹੜਾ ਰਿਸਪੌਂਸ ਟਾਈਮ ਹੈ ਉਹ ਮਿਊਨਿਸਪਲ ਕਾਰਪੋਰੇਸ਼ਨਸ ਦਾ ਬਹੁਤ ਕੁਇਕ ਹੋਣਾ ਚਾਹੀਦਾ, ਕਿਉਂਕਿ ਹਾਈਜੀਨ ਦਾ ਮਸਲਾ ਵੀ ਹੈ। ਵਾਟਰ ਹਾਰਵੈਸਟਿੰਗ ਐਂਡ ਜ਼ਮੀਨੀ ਪਾਣੀ ਪ੍ਰਬੰਧਨ, ਗਰਾਊਂਡ ਵਾਟਰ ਮੈਨੇਜਮੈਂਟ, ਸਾਡਾ ਜਿਹੜਾ ਜ਼ਮੀਨੀ ਪਾਣੀ ਹੈ ਉਹ ਬਹੁਤ ਨੀਵਾਂ ਜਾ ਰਿਹਾ ਹੈ, ਤੇ ਸਾਨੂੰ ਜਿਹੜਾ ਇੱਕ ਬਿਹਤਰ ਵਾਟਰ ਮੈਨੇਜਮੈਂਟ ਜਿਹੜਾ ਪਲਾਨ ਹੈ ਜਿਸ 'ਚ ਵਾਟਰ ਹਾਰਵੈਸਟਿੰਗ, ਤਾਂ ਕਿ ਅਸੀਂ ਆਪਣੇ ਜਿਹੜਾ ਵਾਟਰ ਟੇਬਲ ਹੈ ਉਹਨੂੰ ਰੀਸਟੋਰ ਕਰ ਸਕੀਏ, ਇਹਦੇ ਪ੍ਰਤੀ ਵੀ ਸਾਨੂੰ ਬਹੁਤ ਜ਼ਰੂਰੀ ਹੈ ਵੀ ਅਸੀਂ ਜਾਗਰੂਕ ਰਹੀਏ। ਇਸ ਤੋਂ ਇਲਾਵਾ ਜਿਹੜਾ ਗ੍ਰੀਨ ਬੈਲਟ ਦਾ ਫੈਲਾਵ ਹੈ, ਜਿਹੜਾ ਸ਼ਹਿਰ ਨੂੰ ਹੋਰ ਹਰਾ ਭਰਾ ਕਰਨਾ, ਪਾਰਕਾਂ ਦੀ ਜਿਹੜੀ ਬਿਹਤਰ ਮੈਨੇਜਮੈਂਟ ਹੈ, ਜਿੰਨੇ ਨਾਲੇ ਆ ਉਹਨਾਂ ਨੂੰ ਬੰਦ ਕਰਕੇ, ਜਾਂ ਉਹਨਾਂ ਨੂੰ ਮੈਂ ਦੇਖਿਆ ਵੀ ਕਈ ਮੁਲਕਾਂ 'ਚ ਤਾਂ ਨਾਲਿਆਂ ਨੂੰ ਐਕਚੁਅਲੀ ਬਿਊਟੀਫਾਈ ਕੀਤਾ ਜਾਂਦਾ ਹੈ। ਮੈਂ ਪੂਨੇ ਇੱਕ ਇਹੋ ਜਿਹਾ ਐਗਜ਼ਾਮਪਲ ਦੇਖਿਆ ਜਿੱਥੇ ਗੰਦੇ ਪਾਣੀ ਦੇ ਨਾਲੇ ਦੇ ਅੰਦਰ ਉਹਨਾਂ ਨੇ ਪਾਰਕ ਐਸਟੈਬਲਿਸ਼ ਕੀਤਾ ਹੋਇਆ, ਦੀਆਂ ਮੂਰਤੀਆਂ ਲਾਈਆਂ ਹੋਈਆਂ, ਬਹੁਤ ਸੋਹਣੇ ਸੋਹਣੇ ਫੁੱਲ ਬੂਟੇ ਲਾਏ ਹੋਏ ਆ। ਤੇ ਇਸ ਕਰਕੇ ਮੈਨੂੰ ਲੱਗਦਾ ਵੀ ਬਹੁਤ ਜ਼ਰੂਰੀ ਹੈ ਵੀ ਕੁਝ ਇਹੋ ਜਿਹੀ ਸੋਚ ਸਮਝ ਵਾਲੇ ਲੋਕ ਜਿਨ੍ਹਾਂ ਦਾ ਜਿਹੜਾ ਦ੍ਰਿਸ਼ਟੀਕੋਣ ਹੈ ਉਹ ਬਹੁਤ ਦੂਰਗਾਮੀ ਹੋਵੇ, ਤੇ ਲੋਕਾਂ ਦੀ ਵੀ ਭਾਗੀਦਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰੇ, ਤਾਂ ਕਿ ਲੋਕ ਖੁਦ ਆਪਣੇ ਸ਼ਹਿਰ ਦੀ ਸੁੰਦਰਤਾ ਤੇ ਬਿਹਤਰੀ ਵਾਸਤੇ ਇਨਵੋਲਵ ਹੋਣ। ਕਿਉਂਕਿ ਇਹ ਵੀ ਬਹੁਤ ਅੱਛੀ ਗੱਲ ਨਹੀਂ ਹੈ ਵੀ ਅਸੀਂ ਇੱਕ ਪਲਾਟ ਖਾਲੀ ਦੇਖਦੇ ਹਾਂ ਉਸ ਚੱਕ ਕੇ ਆਪਣਾ ਗੰਦ ਸੁੱਟਣ ਲੱਗ ਜਾਂਦੇ ਹਾਂ। ਜਿਹੜੇ ਲੋਕ ਇਹੋ ਜਿਹਾ ਕਰਦੇ ਉਹਨਾਂ 'ਤੇ ਫਾਈਨ ਲੱਗਣਾ ਚਾਹੀਦਾ, ਬਟ ਗਵਰਨਮੈਂਟ ਐਟ ਦਾ ਸੇਮ ਟਾਈਮ ਆਪਣੇ ਜਿਹੜੀ ਪ੍ਰਣਾਲੀ ਹੈ ਉਹਨੂੰ ਐਫੀਸ਼ੀਐਂਟ ਕਰੇ, ਤੇ ਇਹੋ ਜਿਹਾ ਪੂਰਨ ਰੂਪ ਨਾਲ ਇੱਕ ਅੱਛਾ ਗਾਰਬੇਜ ਮੈਨੇਜਮੈਂਟ ਪ੍ਰੋਗਰਾਮ ਜਿਹੜਾ ਲਾਸਟ ਡੋਰ ਤੱਕ ਸਰਵਿਸ ਕਰੇ। ਇਹ ਨਹੀਂ ਵੀ ਜਿਹੜੀਆਂ ਕੁਝ ਪੌਸ਼ ਕਾਲੋਨੀਜ਼ ਹੈ ਉਹਨਾਂ ਦੀ ਗਾਰਬੇਜ ਮੈਨੇਜਮੈਂਟ ਤਾਂ ਬਿਹਤਰ ਹੋ ਜਾਏ। ਇਹ ਗੱਲ ਦੇਖਿਆ ਜਾਵੇ ਤਾਂ ਕੂੜਾ ਇਕੱਠਾ ਕਰਨ ਵਾਲੇ ਵੀ ਲੋਕ ਵੀ ਪ੍ਰਾਈਵੇਟਲੀ ਲੋਕ ਉਹਨਾਂ ਨੂੰ ਪੈਸੇ ਦਿੰਦੇ ਆ ਤਾਂ ਕਿ ਉਹਨਾਂ ਦੇ ਘਰਾਂ ਦਾ ਕੂੜਾ ਲਿਜਾਇਆ ਜਾ ਸਕੇ। ਫਿਰ ਉਹ ਜਿਹੜੀਆਂ ਟਰਾਲੀਆਂ ਉਹ ਸ਼ਹਿਰ ਦੇ ਬਾਹਰ ਇੱਕ ਜਗ੍ਹਾ ਉਹਨੂੰ ਡੰਪ ਕਰਦੀਆਂ, ਤੇ ਅਗਰ ਉੱਥੋਂ ਨਿਕਲਣਾ ਵੀ ਮੁਹਾਲ ਹੈ, ਉੱਥੇ ਆਲੇ ਦੁਆਲੇ ਦੇ ਜਿਹੜੇ ਲੋਕ ਹੈ ਉਹਨਾਂ ਦਾ ਜੀਵਨ ਇੱਕ ਮਤਲਬ ਦੋਜ਼ਖ ਦੇ ਬਰਾਬਰ ਹੈ। ਤੇ ਇਸ ਕਰਕੇ ਲੋਕਾਂ ਨੂੰ ਜਾਗਰੂਕ ਹੋਣਾ ਪਊਗਾ, ਆਪਣੀਆਂ ਮੰਗਾਂ ਦੇ ਉੱਪਰ ਐਡਮਿਨਿਸਟ੍ਰੇਸ਼ਨ ਨੂੰ ਉਹਨਾਂ ਜ਼ੋਰ ਪਾ ਕੇ। ਪਰ ਸਭ ਤੋਂ ਇੰਪੋਰਟੈਂਟ ਹੈ ਵੀ ਜਿਹੜੇ ਸਾਡੇ ਨੁਮਾਇੰਦੇ ਨੇ ਉਹ ਲੋਕ ਹਿੱਤਾਂ ਦੇ ਪੂਰੇ ਪੈਰੋਕਾਰ ਹੋਣ, ਤੇ ਸਹੀ ਤਰੀਕੇ ਦੇ ਨਾਲ ਜਿਹੜੀ ਨੁਮਾਇੰਦਗੀ ਹੈ ਉਹ ਲੋਕਾਂ ਦੀ ਕਰਨ, ਤੇ ਉੱਥੇ ਆਪਣੀ ਆਵਾਜ਼ ਦਰਜ ਕਰਾਉਣ, ਲੋਕ ਹੱਕਾਂ ਦੀ ਗੱਲ ਸਮਝਣ। ਹਉਮੈ ਤੋਂ ਉੱਠ ਕੇ, ਚਮਚਾਗਿਰੀ ਤੋਂ ਉੱਠ ਕੇ ਉਹਨਾਂ 'ਚ ਉਹ ਕਾਬਲੀਅਤਾਂ ਦਾ ਹੋਣਾ ਅਤਿਅੰਤ ਜ਼ਰੂਰੀ ਹੈ। ਤਾਂ ਮੈਂ ਆਪਣੇ ਵੱਲੋਂ ਇੱਕ ਛੋਟੀ ਜਿਹੀ ਸ਼ੁਰੂਆਤ ਇੱਕ ਮੈਨੀਫੈਸਟੋ ਦੀ ਕੀਤੀ ਹੈ। ਹਰੇਕ ਪਾਰਟੀ ਆਪਣੀ ਕੋਈ ਨਾ ਕੋਈ ਰੂਪ ਰੇਖਾ, ਆਪਣੀ ਕੋਈ ਨਾ ਕੋਈ ਪ੍ਰੋਗਰਾਮ ਜ਼ਰੂਰ ਲਿਖ ਕੇ ਦੇਗੀ, ਲੇਕਿਨ ਐਜ਼ ਅ ਸਿਟੀਜ਼ਨ, ਇੱਕ ਨਾਗਰਿਕ ਹੋਣ ਦੇ ਨਾਤੇ ਤੁਹਾਡੇ ਅੰਦਰ ਵੀ ਉਨੀ ਚੇਤਨਤਾ ਜ਼ਰੂਰੀ ਹੈ ਵੀ ਤੁਸੀਂ ਇਹ ਚੀਜ਼ਾਂ ਡਿਮਾਂਡ ਕਰੋ, ਬਿਕੋਜ਼ ਇਹ ਤੁਹਾਡੇ ਹੱਕ ਹਕੂਕ ਨੇ। ਜੇ ਸਾਡੀ ਚੇਤਨਤਾ ਨਹੀਂ ਹੋਊਗੀ ਤਾਂ ਫਿਰ ਇਹ ਜਿਹੜੀ ਲੀਡਰਾਂ ਦੇ ਚਮਚਿਆਂ ਦੀ ਫੌਜ, ਡਰਾਇੰਗ ਰੂਮਾਂ 'ਚੋਂ ਨਿਕਲੇ ਹੋਏ ਨਾਮ, ਇਹ ਤੁਹਾਡੀ ਨੁਮਾਇੰਦਗੀ ਕਰਨ ਦੇ ਕਾਬਲ ਹੈ ਜਾਂ ਨਹੀਂ ਇਹ ਬਾਅਦ ਦੀ ਗੱਲ ਹੈ, ਲੇਕਿਨ ਇਹ ਤੁਹਾਡੀ ਕੋਈ ਭਾਗੀਦਾਰੀ ਨਹੀਂ, ਤੁਹਾਡੀ ਕੋਈ ਸੋਚ ਸਮਝ ਤੇ ਮਤ ਦਾ ਇਸ ਕੋਈ ਦ੍ਰਿਸ਼ਟੀਕੋਣ ਅਸਰ ਨਜ਼ਰ ਨਹੀਂ ਆਉਂਦਾ। ਤਾਂ ਮੇਰੀ ਬਹੁਤ ਜ਼ੋਰਦਾਰ ਅਪੀਲ ਹੈ ਤੁਹਾਨੂੰ ਸਾਰਿਆਂ ਨੂੰ ਵੀ, ਇੱਕ ਤਾਂ ਇਹਨਾਂ ਮਿਊਨਿਸਪਲ ਕਾਰਪੋਰੇਸ਼ਨ ਦੇ ਇਲੈਕਸ਼ਨ 'ਚ ਜਿਹੜੇ ਤੁਹਾਡੇ ਪਾਰਟੀ ਨੁਮਾਇੰਦਗੀ ਦੇਗੀ, ਉਹ ਦੇਖੋ ਵੀ ਇੱਕ ਬਿਹਤਰ ਨੁਮਾਇੰਦਾ ਜਿਹੜਾ ਪੜ੍ਹਿਆ ਲਿਖਿਆ ਹੋਵੇ, ਲੋਕਾਂ ਦੇ ਹੱਕਾਂ ਦੀ ਸਮਝ ਰੱਖਦਾ ਹੋਵੇ, ਨੀਤੀਆਂ ਪ੍ਰਤੀ ਜਾਗਰੂਕ ਹੋਵੇ, ਇੱਕ ਫਿਊਚਰਿਸਟਿਕ ਮਾਡਲ ਦੀ ਗੱਲ ਕਰਦਾ ਹੋਵੇ, ਤੇ ਉਹਦਾ ਕੋਈ ਆਪਣਾ ਇੱਕ ਨਿਸਵਾਰਥ ਭਾਵ ਦੇ ਨਾਲ ਤੁਹਾਡਾ ਪਾਰਸ਼ਦ ਬਣਨਾ ਚਾਹੁੰਦਾ ਹੋਵੇ।
ਤੁਹਾਡਾ ਕਾਉਂਸਲਰ ਬਣਨਾ ਚਾਹੁੰਦਾ ਹੋਵੇ ਤੇ ਮੈਨੂੰ ਵੀ ਇੰਪੋਰਟੈਂਟ ਹੈ ਵੀ ਕੁਝ ਯੰਗ ਨੁਮਾਇੰਦੇ, ਨੌਜਵਾਨ ਨੁਮਾਇੰਦੇ, ਤੁਸੀਂ ਉਹਨਾਂ ਵੱਲ ਆਪਣਾ ਜਿਹੜਾ ਵਜਨ ਹੈ ਥੋੜਾ ਉਸ ਪਾਸੇ ਜ਼ਰੂਰ ਕੋਸ਼ਿਸ਼ ਕਰੋ, ਕਿਉਂਕਿ ਇਹ ਸੈਲਫ ਗਵਰਨੈਂਸ ਦੀ ਪਹਿਲੀ ਪੌੜੀ ਹੈ। ਦੋਸਤੋ, ਮੈਨੂੰ ਇਸ ਗੱਲ ਦਾ ਕੋਈ ਇਹੋ ਜਿਹਾ ਭੁਲੇਖਾ ਜਾਂ ਭਰਮ ਨਹੀਂ ਵੀ ਮੇਰੀ ਇਸ ਕੋਸ਼ਿਸ਼ ਦੇ ਨਾਲ ਕੋਈ ਬਹੁਤ ਵੱਡਾ ਕੋਈ ਜ਼ਮੀਨੀ ਕੋਈ ਕ੍ਰਾਂਤੀ ਜਾਂ ਅੰਦੋਲਨ ਲੋਕ ਹੋਣ ਵਾਲੇ ਨੇ, ਪਰ ਮੈਂ ਦੋ ਚੀਜ਼ਾਂ ਜ਼ਰੂਰ ਕਹਿਣਾ ਚਾਹਾਂਗਾ ਕਿ ਕਿਸਾਨ ਅੰਦੋਲਨ ਨੇ ਇੱਕ ਦਿਸ਼ਾ ਨਿਰਦੇਸ਼ ਦਿੱਤਾ ਹੈ, ਇੱਕ ਇਸ ਗੱਲ ਦਾ ਮੁੱਢ ਬੰਨਿਆ ਵੀ ਜਿਹੜੇ ਇਹ ਲੋਕਤੰਤਰ ਦੇ ਧੁਰੇ ਨੇ, ਵਿਧਾਨ ਸਭਾਵਾਂ ਜਾਂ ਮਿਊਨਿਸਪਲ ਕਾਉਂਸਲ ਜਾਂ ਨਗਰ ਪੰਚਾਇਤਾਂ, ਇੱਕ ਵਾਰ ਜਦੋਂ ਚੁਣੀਆਂ ਜਾਂਦੀਆਂ ਨੇ ਆਪਣੀ ਮਨਮਰਜ਼ੀ ਕਰਦੀਆਂ ਨੇ, ਜਿਵੇਂ ਕਿ ਇਸ ਫਾਰਮ ਬਿਲਸ ਦੇ ਜ਼ਰੀਏ ਲੋਕਾਂ ਨੂੰ ਇੰਗੇਜ ਨਹੀਂ ਕੀਤਾ ਗਿਆ, ਕਿਸਾਨਾਂ ਨੂੰ ਇੰਗੇਜ ਨਹੀਂ ਕੀਤਾ ਗਿਆ, ਉਹਨਾਂ ਦੇ ਮਲਾਲਾਂ ਨੂੰ, ਉਹਨਾਂ ਦੀ ਸ਼ਿਕਾਇਤਾਂ, ਉਹਨਾਂ ਦੀਆਂ ਲੋੜਾਂ ਨੂੰ ਨਹੀਂ ਸਮਝਿਆ ਗਿਆ। ਤੇ ਅੱਜ ਵੀ ਸਰਕਾਰ ਉਹਨਾਂ ਦੀ ਕਿਸੇ ਹੱਦ ਤੱਕ ਸੁਣ ਨਹੀਂ ਰਹੀ, ਲੇਕਿਨ ਇਕਮੁੱਠ ਹੋ ਕੇ ਜਦੋਂ ਉਹਨਾਂ ਨੂੰ ਉੱਥੇ ਆਵਾਜ਼ ਆਪਣੀ ਪਹੁੰਚਾਈ ਹੈ ਤਾਂ ਸਰਕਾਰ ਨੂੰ ਮਜਬੂਰਨ ਉਹਨਾਂ ਦੀ ਗੱਲ ਤੇ ਗੌਰ ਕਰਨਾ ਪਿਆ। ਹਲੇ ਵੀ ਉਹ ਟੈਕਟਿਕਸ ਚੱਲ ਰਹੀਆਂ ਨੇ ਵੀ ਉਸ ਕਿਸਾਨ ਅੰਦੋਲਨ ਨੂੰ ਤੋੜਿਆ ਜਾ ਸਕੇ। ਤਾਂ ਮੇਰੀ ਉਸ ਦ੍ਰਿਸ਼ਟੀਕੋਣ ਦੇ ਨਾਲ ਤੁਹਾਨੂੰ ਇੱਕ ਬੇਨਤੀ ਇਹੀ ਹੈ ਵੀ ਤੁਸੀਂ ਵੀ ਆਪਣੀ ਆਵਾਜ਼ ਨੂੰ ਸਮਝੋ, ਲੋਕਤੰਤਰ ਦੀ ਤਾਕਤ ਨੂੰ ਸਮਝੋ ਤੇ ਇਸ ਵਿਚਾਰ ਸ਼ਕਤੀ ਤੇ ਇੱਕ ਸੰਵਾਦ ਨੂੰ ਸਮਝੋ। ਮੈਂ ਇੱਕ ਨਾਗਰਿਕ ਹੋਣ ਦੇ ਨਾਤੇ ਆਪਣੀ ਇਸ ਸਮੇਂ ਇਸ ਚੱਕਰਕਾਲ ਦੇ ਦੌਰਾਨ ਇੱਕ ਆਪਣੀ ਨਿੱਜੀ ਜ਼ਿੰਮੇਵਾਰੀ ਮੰਨਦਾ ਵੀ ਮੈਂ ਸਮਾਜਿਕ ਹਾਲਾਤਾਂ ਤੇ ਰਾਜਨੀਤਿਕ ਹਾਲਾਤਾਂ ਤੇ ਆਪਣੀ ਟਿੱਪਣੀ ਜ਼ਰੂਰ ਕਰਾਂ, ਜਿਸ ਦੇ ਨਾਲ ਮੈਨੂੰ ਨਹੀਂ ਲੱਗਦਾ ਵੀ ਸਾਡੇ ਸਮਾਜ 'ਚ ਇੰਨੀ ਵਿਚਾਰ ਸ਼ਕਤੀ, ਇਕਮੁੱਠਤਾ, ਸਾਡੇ ਜਿਹੜੇ ਆਪਣੇ ਫਰਕ ਨੇ, ਭਾਵੇਂ ਉਹ ਵਿਚਾਰਾਂ ਦੇ ਫਰਕ ਨੇ, ਚਾਹੇ ਪਾਰਟੀਆਂ ਨੂੰ ਲੈ ਕੇ ਫਰਕ ਨੇ, ਚਾਹੇ ਕੁਝ ਸ਼ਖਸੀਅਤਾਂ ਦੇ ਮਗਰ ਲੱਗ ਕੇ ਫਰਕ ਨੇ, ਉਹ ਸਾਨੂੰ ਤੋੜ ਕੇ ਰੱਖਦੇ ਆ। ਮੈਂ ਦੇਖਦਾ ਵੀ ਸ਼ਹਿਰ ਪਾਰਟੀਆਂ ਦੇ ਵਿੱਚ, ਉਹਨਾਂ ਦੇ ਨੁਮਾਇੰਦਿਆਂ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਵੰਡੇ ਹੋਏ ਨੇ ਜਿਵੇਂ ਕੋਈ ਉਹਨਾਂ ਦੀ ਆਪਸੀ ਜੰਗ ਚੱਲ ਰਹੀ ਹੋਵੇ। ਤਾਂ ਇਸ ਕਰਕੇ ਆਪਣੇ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਕਿਹੋ ਜਿਹੀ ਕੋਸ਼ਿਸ਼ ਕੀਤੀ ਜਾਵੇ, ਘੱਟੋ ਘੱਟ ਸੰਵਾਦ ਤਾਂ ਕੀਤਾ ਜਾਵੇ। ਵਿਚਾਰਾਂ ਤੇ ਨਾ ਕੋਈ ਤਾਲਾ ਵੱਜਦਾ, ਵਿਚਾਰਾਂ ਦੇ ਨਾ ਕੋਈ FIR ਹੁੰਦੀ ਹੈ, ਨਾ ਚਰਚਾ 'ਚ ਤੁਹਾਨੂੰ ਕੋਈ ਡਰਨ ਦੀ ਲੋੜ ਹੈ। ਤਾਂ ਮੇਰੀ ਤੁਹਾਨੂੰ ਇਹ ਪੁਰਜ਼ੋਰ ਅਪੀਲ ਹੈ ਵੀ ਅਗਰ ਹੋ ਸਕੇ ਤਾਂ ਚਾਹੇ ਉਹ ਆਪਣੇ ਡਰਾਇੰਗ ਰੂਮਾਂ ਦੇ ਅੰਦਰ, ਚਾਹੇ ਹੰਸੂਦੀਆਂ ਪੂੜੀਆਂ ਖਾਂਦੇ ਹੋਏ, ਚਾਹੇ ਕਲੱਬਾਂ ਦੇ ਅੰਦਰ ਵਿਸਕੀ ਦੇ ਗਲਾਸ ਦੇ ਨਾਲ, ਤੁਸੀਂ ਇੱਕ ਵਿਚਾਰ ਚਰਚਾ ਜ਼ਰੂਰ ਛੇੜੋ। ਇਸ ਮਿਊਨਿਸਪਲ ਕਾਰਪੋਰੇਸ਼ਨ ਦੀ ਇਲੈਕਸ਼ਨ 'ਚ ਇਲਾਕੇ ਵਾਸਤੇ ਕੀ ਸਹੀ ਹੈ ਉਸ ਦੀ ਚਰਚਾ ਜ਼ਰੂਰ ਛੇੜੋ। ਕਿਉਂ ਸਹੀ ਹੈ, ਕੌਣ ਕਿਰਦਾਰ, ਕਿਸ ਤਰ੍ਹਾਂ ਦਾ ਇਨਸਾਨ ਤੁਹਾਨੂੰ ਸਹੀ ਤਰੀਕੇ ਦੇ ਨਾਲ ਤੁਹਾਡੀ ਨੁਮਾਇੰਦਗੀ ਕਰ ਸਕਦਾ ਹੈ ਤੇ ਤੁਹਾਡੇ ਲੋਕ ਹਿੱਤਾਂ ਦੇ ਫੈਸਲੇ ਤੁਹਾਡੇ ਹੱਕਾਂ 'ਚ ਕਰਾ ਸਕਦਾ ਹੈ। ਮੇਰੀ ਇਹੀ ਛੋਟੀ ਜਿਹੀ ਨਿਮਨ ਜਿਹੀ ਬੇਨਤੀ ਹੈ ਤੇ ਮੈਂ ਤੁਹਾਨੂੰ ਸਾਰਿਆਂ ਨੂੰ, ਜਿਹੜੇ ਵੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਹੋਏਗਾ, ਮੈਂ ਉਹਨਾਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਵੀ ਉਹ ਇੱਕ ਸੱਚੀ ਸੁੱਚੀ ਰਾਜਨੀਤੀ, ਸੁਖਾਵੇਂ ਮਾਹੌਲ 'ਚ, ਇੱਕ ਅੱਛੇ ਮਾਹੌਲ 'ਚ ਇਲੈਕਸ਼ਨਸ ਹੋਣ, ਤਾਂ ਕਿ ਜਿਹੜਾ ਇੱਕ ਰਾਜਪੁਰਾ ਬਹੁਤ ਸ਼ਾਂਤਮਈ ਤੇ ਸ਼ਾਂਤੀ ਪਸੰਦ ਸ਼ਹਿਰ ਹੈ, ਉਹ ਬਹੁਤ ਹੁਮਾ ਕੇ ਇਹਨਾਂ ਚੋਣਾਂ ਵਿੱਚ ਆਪਣੇ ਮਤ ਦਾ ਦਾਨ ਕਰੇ। ਸਤਿ ਸ਼੍ਰੀ ਅਕਾਲ, ਨਮਸਕਾਰ।